Dear student, today we are going to discuss a very important article, that is moving coil galvanometer. Moving coil galvanometer first of all है कि it is a device which is used to measure and detect very small amount of current. बहुत घट करंट है ਉਹਨੂੰ डिटेक्ट करना है या ਉਹਨੂੰ मैजर करना है, ਉਹ डिवाइस ਦਾ ਜਿਹੜਾ ਨਾਮ है that is called moving coil galvanometer. ਇਸ ਗਲਵੈਨੋਮੀਟਰ ਦੇ ਅੰਦਰ ਇੱਕ ਕੋਇਲ ਹੁੰਦਾ ਹੈ ਜਿਹੜਾ ਰੋਟੇਟ ਕਰਦਾ ਹੈ, ਇਸ ਕਰਕੇ ਇਹਦਾ ਜਿਹੜਾ ਨਾਮ ਹੈ ਮੂਵਿੰਗ ਕੋਇਲ ਗਲਵੈਨੋਮੀਟਰ ਜਿਹੜਾ ਹੈ ਅਸੀਂ ਰੱਖ ਦਿੱਤਾ ਹੈ. First of all, we will discuss its principle ਕਿ ਇਹ ਕਿਹੜੇ ਪ੍ਰਿੰਸੀਪਲ ਦੇ ਉੱਤੇ ਸਿਧਾਂਤ ਦੇ ਉੱਤੇ ਜਿਹੜਾ ਹੈ ਕੰਮ ਕਰਦਾ ਹੈ. ਲਾਸਟ ਅਸੀਂ ਜਿਹੜਾ ਆਰਟੀਕਲ ਪੜ੍ਹਿਆ ਸੀ ਕਿ ਜਦੋਂ ਵੀ ਕਰੰਟ ਕੈਰਿੰਗ ਕੋਇਲ ਨੂੰ ਮੈਗਨੈਟਿਕ ਫੀਲਡ ਵਿੱਚ ਰੱਖਦੇ ਆ then coil experience torque. ਇਹ ਅਸੀਂ ਲਾਸਟ ਡਿਸਕਸ ਕੀਤਾ ਹੈ ਕਿ ਜਦੋਂ ਵੀ ਕਰੰਟ ਕੈਰਿੰਗ ਕੋਇਲ ਪਲੇਸਡ ਇਨ ਮੈਗਨੈਟਿਕ ਫੀਲਡ ਉਹਦੇ ਉੱਪਰ ਕੀ ਲੱਗਦੀ ਹੈ ਟਾਰਕ. ਇਹੋ ਇਹਦਾ ਜਿਹੜਾ ਹੈ ਪ੍ਰਿੰਸੀਪਲ ਹੈ. ਉਹ ਵਾਲਾ ਜਿਹੜਾ ਆਰਟੀਕਲ ਸੀ ਅੱਜ ਮੂਵਿੰਗ ਕੋਇਲ ਗਲਵੈਨੋਮੀਟਰ ਦਾ ਜਿਹੜਾ ਹੈ ਪ੍ਰਿੰਸੀਪਲ ਬਣ ਗਿਆ. ਨਾਓ ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਦੈਟ ਵੈਨ ਅ ਕਰੰਟ ਕੈਰਿੰਗ ਕੋਇਲ, ਜਦੋਂ ਵੀ ਅਸੀਂ ਕਰੰਟ ਕੈਰਿੰਗ ਕੋਇਲ is placed in a magnetic field, it experiences a torque. ਜਦੋਂ ਵੀ ਕੋਇਲ ਨੂੰ ਜਿਹਦੇ ਵਿੱਚ ਕਰੰਟ ਹੈ ਮੈਗਨੈਟਿਕ ਫੀਲਡ 'ਚ ਰੱਖੋਗੇ ਉਹਦੇ ਉੱਪਰ ਟਾਰਕ ਲੱਗੇਗੀ. ਜੇ ਟਾਰਕ ਕਰਕੇ ਕੀ ਹੁੰਦਾ ਹੈ, ਕੋਇਲ ਸਾਡਾ ਜਿਹੜਾ ਹੈ ਰੋਟੇਟ ਕਰੇਗਾ. ਜਦੋਂ ਕੋਇਲ ਰੋਟੇਟ ਕਰਦਾ ਹੈ ਇਸੇ ਕਰਕੇ ਜਿਹੜਾ ਹੈ ਇਹਦਾ ਨਾਮ ਅਸੀਂ ਰੱਖਿਆ ਮੂਵਿੰਗ ਕੋਇਲ ਗਲਵੈਨੋਮੀਟਰ. ਤੇ ਪ੍ਰਿੰਸੀਪਲ ਬਹੁਤ ਹੀ ਇਹਦਾ ਈਜ਼ੀ ਹੈ ਕਿ ਕਰੰਟ ਕੈਰਿੰਗ ਕੋਇਲ placed in magnetic field, it experiences a torque. Now the second part is the construction कि ਇਹ ਜਿਹੜਾ moving coil galvanometer ਹੈ ਕਿਸ ਚੀਜ਼ ਦਾ ਜਿਹੜਾ ਹੈ ਬਣਿਆ ਹੁੰਦਾ ਹੈ, ਕਿਹੜੇ ਕਿਹੜੇ ਇਹਦੇ ਜਿਹੜੇ ਨੇ ਪਾਰਟਸ ਨੇ, ਆਓ ਇਹਦੇ ਬਾਰੇ ਅਸੀਂ ਜਿਹੜਾ ਹੈ ਡਿਸਕਸ ਕਰਦੇ ਹਾਂ with the help of diagram. In the diagram you are seeing there is a rectangular shaped coil PQRS. एक rectangular shaped coil है consisting of large number of turns of insulating copper wires. ਇਹਦੇ ਵਿੱਚ large number of turns ਨੇ ਜਿਹੜੀਆਂ ਨੇ, ਉਹਦਾ ਇਹ ਸਾਡਾ ਇੱਕ coil ਬਣਿਆ PQRS, ਜਿਹਦੇ ਵਿੱਚੋਂ ਦੀ ਜਿਹੜਾ ਕਰੰਟ ਨੇ ਲੰਘਣਾ ਤੇ ਕਰੰਟ ਜਦੋਂ ਲੰਘੇਗਾ ਤੇ ਮੈਗਨੈਟਿਕ ਫੀਲਡ ਕਰਕੇ ਇਸੇ ਕੋਇਲ ਦੀ ਜਿਹੜੀ ਹੈ ਟਾਰਕ ਕਰਕੇ ਰੋਟੇਸ਼ਨ ਹੋਏਗੀ. ਆ ਜੇ ਸਾਡਾ ਮੇਨ ਕੋਇਲ PQRS ਕਾਹਦਾ ਬਣਿਆ, ਇਨਸੂਲੇਟਿੰਗ ਕਾਪਰ ਵਾਇਰ ਦਾ. ਤੇ ਇਹ ਕਾਪਰ ਵਾਇਰ ਕਿਸੇ ਨੌਨ ਮੈਗਨੈਟਿਕ ਫਰੇਮ ਦੇ ਉੱਪਰ ਜਿਹੜੀਆਂ ਨੇ ਅਸੀਂ ਚੜਾਈਆਂ ਹੋਈਆਂ. ਥੱਲੇ ਕੋਈ ਮੈਗਨੈਟਿਕ ਫਰੇਮ, ਨੌਨ ਮੈਗਨੈਟਿਕ ਫਰੇਮ ਹੈ, ਉਹਦੇ ਉੱਪਰ ਤੁਸੀਂ ਜਿਹੜੀ ਹੈ ਵਾਈਂਡਿੰਗ ਜਿਹੜੀ ਹੈ ਉਹ ਕੀਤੀ ਹੋਈ ਹੈ. ਨਾਓ ਦਿਸ ਕੋਇਲ ਇਜ਼ ਸਸਪੈਂਡਡ, ਇਹਨੂੰ ਲਟਕਾਇਆ ਹੋਇਆ. ਦੇਖੋ ਇਸ ਕੋਇਲ ਨੂੰ ਅਸੀਂ ਲਟਕਾਇਆ ਵਿਦ ਦਾ ਹੈਲਪ ਆਫ ਏ ਸਟ੍ਰਿਪ. ਇਹ ਸਾਡੀ ਜਿਹੜੀ ਹੈ ਸਟ੍ਰਿਪ ਹੈ. ਕਾਦੀ ਬਣੀ ਹੈ ਸਟ੍ਰਿਪ? ਫਾਸਫਰ ਬ੍ਰੌਂਜ, ਇੱਕ ਅਲੋਏ ਹੈ ਫਾਸਫਰ ਬ੍ਰੌਂਜ, ਇਹਦੀ ਇੱਕ ਸਟ੍ਰਿਪ ਹੈ. ਉਹਦੇ ਨਾਲ ਜਿਹੜਾ ਹੈ ਕੋਇਲ ਨੂੰ ਤੁਸੀਂ ਇਹਦੇ ਨਾਲ ਲਟਕਾ ਦਿੱਤਾ ਹੈ. ਨਾਓ ਦਾ ਫਾਸਫੋਰ ਬ੍ਰੌਂਜ ਸਟ੍ਰਿਪ, ਉਹਦਾ ਇੱਕ ਐਂਡ ਤੇ ਕੋਇਲ ਦਾ ਨਾਲ ਲੱਗ ਗਿਆ, ਦੂਸਰਾ ਐਂਡ ਜਿਹੜਾ ਫਾਸਫੋਰ ਬ੍ਰੌਂਜ ਸਟ੍ਰਿਪ ਦਾ ਉਹ ਲੱਗਾ ਇੱਥੇ ਹੈਗਾ ਸਾਡੇ ਕੋਲ ਟੋਰਸ਼ਨ ਹੈਡ. ਇਹ ਜਿਹੜੀ ਚੀਜ਼ ਹੈ ਇੱਕ ਟੋਰਸ਼ਨ ਹੈਡ ਹੈ. ਟੋਰਸ਼ਨ ਦਾ ਮਤਲਬ ਹੁੰਦਾ ਹੈ ਰੋਟੇਸ਼ਨ. ਕਿਸੇ ਵੀ ਚੀਜ਼ ਦੀ ਜਦੋਂ ਟਾਰਕ ਕਰਕੇ ਰੋਟੇਸ਼ਨ ਹੁੰਦੀ ਹੈ, ਟਵਿਸਟ ਜਿਹਨੂੰ ਬੋਲਦੇ ਆ, ਟਵਿਸਟ ਹੁੰਦੀ ਹੈ, ਉਹਨੂੰ ਅਸੀਂ ਬੋਲਦੇ ਆ ਟੋਰਸ਼ਨ ਹੈਡ. ਇਹ ਜਿਹੜਾ ਹੈ ਮੂਵੇਬਲ ਹੈ.
ਜਦੋਂ ਕੋਇਲ ਥੱਲੋਂ ਰੋਟੇਟ ਕਰੇਗਾ ਨਾਲ ਜਿਹੜਾ ਹੈ ਇਹ ਜਿਹੜੀ ਸਟ੍ਰਿਪ ਜਿਹੜੀ ਹੈ ਇਹਦੇ ਵਿੱਚ ਟਵਿਸਟ ਪੈਦਾ ਹੋਏਗੀ, ਇਹ ਮੁੜੇਗੀ ਥੋੜੀ ਜੀ ਇਹਦੇ ਕਰਕੇ। ਨਾਓ ਦਿਸ ਇਜ਼ ਦਾ ਟੋਰਸ਼ਨ ਹੈਡ। ਫਿਰ ਦੇਖੋ ਇਹ ਰੈਕਟੈਂਗੂਲਰ ਸ਼ੇਪਡ ਕੋਇਲ PQRS, ਇਹਦਾ ਇੱਕ ਐਂਡ ਜਿਹੜਾ ਹੈ ਫਾਸਫਰ ਬ੍ਰੌਂਜ ਸਟ੍ਰਿਪ ਨਾਲ ਜੋੜਦਾ, ਸਟ੍ਰਿਪ ਦਾ ਦੂਸਰਾ ਐਂਡ ਮੂਵੇਬਲ ਟੋਰਸ਼ਨ ਹੈਡ ਦੇ ਨਾਲ ਅਸੀਂ ਜਿਹੜਾ ਉਹਨੂੰ ਲਗਾ ਦਿੱਤਾ। ਨਾਓ ਜਿਹੜਾ ਸਪਰਿੰਗ ਦਾ ਜਿਹੜਾ ਸੈਕੰਡ ਐਂਡ ਹੋਏਗਾ, ਸਪਰਿੰਗ ਦਾ ਜਿਹੜਾ ਦੂਸਰਾ ਐਂਡ ਜਿਹੜਾ ਕੋਇਲ ਹੈ, ਕੋਇਲ ਦਾ ਜਿਹੜਾ ਸਾਡਾ ਦੂਸਰਾ ਐਂਡ ਹੈ ਉਹ ਐਂਡ ਨੂੰ ਅਸੀਂ ਇੱਕ ਹੇਅਰ ਸਪਰਿੰਗ ਦੇ ਨਾਲ ਲਗਾ ਦਿੱਤਾ ਹੈ। ਇਹ ਵੀ ਜਿਹੜਾ ਸਪਰਿੰਗ ਹੈ ਫਾਸਫਰ ਬ੍ਰੌਂਜ ਦਾ ਹੀ ਬਣਿਆ ਹੁੰਦਾ ਹੈ ਜਾਂ ਕੁਆਰਟਜ਼ ਦਾ ਬਣਿਆ ਹੁੰਦਾ ਹੈ। ਇਹ ਵੀ ਜਿਹੜਾ ਸਪਰਿੰਗ ਹੈ ਫਾਸਫਰ ਬ੍ਰੌਂਜ ਜਿਹੜਾ ਉਹਦਾ ਹੀ ਮਟੀਰੀਅਲ ਦਾ ਬਣਿਆ, ਉਹਦਾ ਨਾਮ ਰੱਖ ਦਿੱਤਾ S' ਤੇ ਇਹਦਾ ਜਿਹੜਾ ਦੂਸਰਾ ਐਂਡ ਹੈ ਦੇਖੋ ਇਹ ਡਾਟਡ ਲਾਈਨ ਦੇ ਥਰੂ ਜਿਹੜੀ ਵਾਇਰ ਜਾ ਰਹੀ ਹੈ, ਇਹ ਡਾਟਡ ਲਾਈਨ ਮੈਂ ਸ਼ੋ ਕੀਤੀ ਹੈ ਤੇ ਇਹ ਸਿੱਧੀ ਜਾ ਕੇ ਟਰਮੀਨਲ T2 ਦੇ ਨਾਲ ਅਸੀਂ ਜਿਹੜਾ ਇਹਨੂੰ ਅਸੀਂ ਜੋੜ ਦਿੱਤਾ, ਟਰਮੀਨਲ T2। ਇਹ ਸਾਡੇ ਟਰਮੀਨਲਸ ਨੇ T1 ਤੇ T2। ਤੁਸੀਂ ਆਮ ਗਲਵੈਨੋਮੀਟਰ ਜਾਂ ਅਮੀਟਰ ਦੇਖਿਆ, ਉਹਦੇ ਉੱਪਰ ਇੱਕ ਰੈੱਡ ਕਲਰ ਦਾ ਇੱਕ ਬਲੈਕ ਕਲਰ ਦੇ ਟਰਮੀਨਲ ਹੁੰਦੇ ਜਿਹਦੇ ਨਾਲ ਅਸੀਂ ਵਾਇਰ ਨੂੰ ਕਨੈਕਟ ਕਰਦੇ ਹਾਂ। ਪਹਿਲਾਂ ਵੀ ਮੈਂ ਤੁਹਾਨੂੰ ਇਹ ਦਿਖਾ ਚੁੱਕਾ ਹਾਂ। ਉਹ ਟਰਮੀਨਲਸ ਨੇ ਸਾਡੇ T2 ਤੇ T1, they are only for connection. Now there is a cylindrical pole pieces, ਸਿਲੰਡਰ ਜਿਹੜੇ ਵਰਗੇ ਕਨਕੇਵ ਟਾਈਪ ਜਿਹੜੇ ਨੇ ਸਾਡੇ ਕੋਲ ਮੈਗਨੈਟਿਕ ਪੋਲਸ ਨੇ, ਇੱਕ ਨਾਰਥ ਪੋਲ ਤੇ ਇੱਕ ਸਾਡੇ ਕੋਲ ਹੈਗਾ ਸਾਊਥ ਪੋਲ। ਤੇ ਜਿਹੜੇ ਆ ਨਾਰਥ ਪੋਲ ਤੇ ਸਾਊਥ ਪੋਲ ਹੈ ਇਹਨਾਂ ਦੀ ਜਿਹੜੀ ਸ਼ੇਪ ਰੱਖੀ ਅਸੀਂ ਸਿਲੰਡਰੀਕਲ ਇਸ ਕਰਕੇ ਰੱਖੀ ਹੈ ਕਿਉਂਕਿ ਸਾਡੇ ਕੋਲ ਜਿਹੜਾ ਹੈ ਫੀਲਡ ਉਹ ਅਸੀਂ ਪੈਦਾ ਕਰਨਾ ਹੈ ਰੇਡੀਅਲ। ਮੈਂ ਇਸ ਤੋਂ ਬਾਅਦ ਜਿਹੜਾ ਡਿਸਕਸ ਕਰੂੰਗਾ ਕਿ ਰੇਡੀਅਲ ਮੈਗਨੈਟਿਕ ਫੀਲਡ ਕਿਹੜਾ ਹੈ। ਕੋਈ ਕੁਐਸਚਨ ਪੁੱਛੇ ਕਿ ਵਾਈ the shape of the magnets used in the moving coil galvanometer are cylindrical, you will say because in moving coil galvanometer we require the radial magnetic field ਤੇ radial magnetic field ਨੂੰ ਮੇਨਟੇਨ ਰੱਖਣ ਵਾਸਤੇ ਪੈਦਾ ਕਰਨ ਵਾਸਤੇ ਸਾਨੂੰ ਜਿਹੜੀ ਇੱਕ ਸਪੈਸ਼ਲ ਜਿਹੜੀ ਹੈ ਸ਼ੇਪ ਉੱਥੇ ਯੂਜ਼ ਕਰਨੀ ਪਈ ਹੈ। ਸਿਲੰਡਰੀਕਲ ਕਨਕੇਵ ਟਾਈਪ ਜਿਹੜੀਆਂ ਨੇ ਮੈਗਨੇਟਸ ਨੇ, ਇਹਨਾਂ ਦਾ ਕੰਮ ਹੈ ਕਿ ਮੈਗਨੈਟਿਕ ਫੀਲਡ ਪੈਦਾ ਕਰਨਾ। ਤੇ ਆ ਸਾਡਾ ਕੋਇਲ ਮੈਗਨੈਟਿਕ ਫੀਲਡ ਦੇ ਅੰਦਰ ਆ ਗਿਆ। ਦੇਖੋ ਪ੍ਰਿੰਸੀਪਲ ਕੀ ਹੈ, ਜਦੋਂ ਕਰੰਟ ਕੈਰਿੰਗ ਕੋਇਲ ਇਥੋਂ ਕਰੰਟ ਆ ਰਿਹਾ, ਇਹ ਕਰੰਟ ਕੈਰਿੰਗ ਕੋਇਲ ਜਦੋਂ ਇਹਨੂੰ ਪਲੇਸ ਕੀਤਾ ਮੈਗਨੈਟਿਕ ਫੀਲਡ 'ਚ, ਆ ਕਰੰਟ ਕੈਰਿੰਗ ਕੋਇਲ ਨੂੰ ਅਸੀਂ ਮੈਗਨੈਟਿਕ ਫੀਲਡ ਦੇ ਅੰਦਰ ਰੱਖ ਦਿੱਤਾ, ਦੈਨ ਇਟ ਐਕਸਪੀਰੀਅੰਸ ਅ ਟਾਰਕ ਤੇ ਟਾਰਕ ਕਰਕੇ ਇਹ ਕਰੇਗਾ ਰੋਟੇਟ। ਆਈ ਥਿੰਕ ਕਿ ਤੁਹਾਨੂੰ ਜਿਹੜਾ ਹੈ ਇਹ ਇੱਥੋਂ ਤੱਕ ਜਿਹੜਾ ਉਹ ਕਲੀਅਰ ਹੋ ਗਿਆ। ਨਾਓ ਜਿਹੜਾ ਇਹ ਸਟ੍ਰਿਪ ਹੈ, ਸਟ੍ਰਿਪ ਦਾ ਹੀ ਕਨੈਕਸ਼ਨ ਦੇਖੋ ਇੱਕ ਵਾਇਰ ਲੱਗੀ ਹੋਈ ਹੈ, ਦੇਖੋ ਡਾਟਡ ਲਾਈਨ ਸ਼ੋ ਕੀਤੀ ਹੈ, ਇਹ ਸਾਰੀ ਡਾਟਡ ਲਾਈਨ, ਇਹ ਵਾਇਰ ਦਾ ਕਨੈਕਸ਼ਨ ਟਰਮੀਨਲ ਕਿਹਦੇ ਨਾਲ ਕਰ ਦਿੱਤਾ ਆਪਾਂ T2 ਦੇ ਨਾਲ। ਇਹਨਾਂ ਦੋਨਾਂ ਦੇ ਵਿੱਚ ਜਿਹੜਾ ਹੈ ਅਸੀਂ ਕਨੈਕਸ਼ਨ ਕਰਨਾ ਹੈ, ਕੋਈ ਬੈਟਰੀ ਲਗਾਣੀ ਹੈ ਜਾਂ ਕਿਤੇ ਵੀ ਸਰਕਟ 'ਚ ਅਸੀਂ ਅਪਲਾਈ ਕਰਨਾ ਹੈ, ਆ T1 ਤੇ T2 ਟਰਮੀਨਲ ਤੋਂ ਹੀ ਅਸੀਂ ਕਨੈਕਸ਼ਨ ਕਰਨੇ ਆ। ਜਦੋਂ ਕਰੰਟ ਆਏਗਾ T1 ਥਾਣੀ ਮੰਨ ਲਓ ਪੋਜ਼ਿਟਿਵ ਟਰਮੀਨਲ, ਇਧਰੋਂ ਹੋ ਕੇ ਕਰੰਟ ਇਹਦੇ ਵਿੱਚੋਂ ਜਾਏਗਾ। ਜਦੋਂ ਇਹਦੇ ਵਿੱਚੋਂ ਕਰੰਟ ਜਾਏਗਾ ਮੈਗਨੈਟਿਕ ਫੀਲਡ ਕਰਕੇ ਇਹ ਰੋਟੇਟ ਕਰੇਗਾ, ਤੇ ਜਦੋਂ ਰੋਟੇਟ ਕਰੇਗਾ ਤੇ ਕਿੰਨੇ ਡਿਗਰੀ ਰੋਟੇਟ ਕੀਤਾ, ਇਹ 'ਚ ਕਿੰਨੀ ਟਵਿਸਟ ਪੈਦਾ ਹੋਈ, ਕਿੰਨੇ ਡਿਗਰੀ ਇਹ ਰੋਟੇਟ ਕੀਤਾ, ਉਹਨੂੰ ਦੇਖਣ ਵਾਸਤੇ ਸਾਡੇ ਕੋਲ ਸਟ੍ਰਿਪ ਦੇ ਨਾਲ ਅਸੀਂ ਇੱਕ ਮਿਰਰ ਲਗਾਇਆ ਹੈ ਜਿਹੜਾ ਪਲੇਨ ਵੀ ਹੋ ਸਕਦਾ ਹੈ ਤੇ ਕਨਕੇਵ ਵੀ ਹੋ ਸਕਦਾ ਹੈ। ਇਸ ਮਿਰਰ ਦਾ ਇੰਨਾ ਹੀ ਕੰਮ ਹੈ ਕਿ ਸਾਨੂੰ ਜਿਹੜਾ ਹੈ ਦੱਸੇਗਾ ਵੀ ਕਿੰਨੇ ਡਿਗਰੀ ਕਿੰਨੇ ਐਂਗਲ ਤੇ ਜਿਹੜਾ ਹੈ ਇਹ ਸਾਡਾ ਕੋਇਲ ਜਿਹੜਾ ਹੈ ਰੋਟੇਟ ਹੋਇਆ। ਤੇ ਇਹ ਪੂਰੇ ਆਪਰੇਟਸ ਨੂੰ ਅਸੀਂ ਕਿਸੇ ਨੌਨ ਮੈਟੈਲਿਕ ਫਰੇਮ ਦੇ ਵਿੱਚ ਬੰਦ ਕਰ ਦਿੱਤਾ ਹੈ। ਸਾਰੇ ਨੂੰ ਅਸੀਂ ਕਿਸੇ ਨੌਨ ਮੈਟੈਲਿਕ ਫਰੇਮ ਦੇ ਵਿੱਚ ਬੰਦ ਕਰ ਦਿੱਤਾ ਜਿਹਦਾ ਮੇਨ ਕੰਮ ਹੈ ਕਿ 에ਅਰ ਦੀ ਕੋਈ ਰੁਕਾਵਟ ਤੋਂ, 에ਅਰ ਦੀ ਕੋਈ ਜਿਹੜੀ ਹੈ ਇਹਦੇ ਉੱਪਰ ਅਸਰ ਨਾ ਹੋਵੇ। ਬਾਈ ਚਾਂਸ ਤੁਸੀਂ ਕਰੰਟ ਪਾਸ ਨਹੀਂ ਕੀਤਾ, ਹਵਾ ਕਰਕੇ ਇਹ ਸਾਡਾ ਜਿਹੜਾ ਮੰਨ ਲਓ ਵੀ ਹੈ ਕੋਇਲ ਰੋਟੇਟ ਕਰਦਾ ਹੈ, ਸਾਡੇ ਅਕੋਰਡਿੰਗ ਤੇ ਜਿਹੜਾ ਜੇ ਕੋਇਲ ਰੋਟੇਟ ਕਰਦਾ ਹੈ ਇਹਦਾ ਮਤਲਬ ਤੇ ਟਾਰਕ ਲੱਗ ਰਹੀ ਹੈ, ਜਦਕਿ ਕਰੰਟ ਹੋਣਾ ਚਾਹੀਦਾ। ਮਤਲਬ 에ਅਰ ਦੇ ਇਫੈਕਟ ਤੋਂ ਬਚਣ ਦੇ ਲਈ ਇਸ ਨੂੰ
ਅਸੀਂ ਕਿਸੇ ਚੀਜ਼ ਜਿਹੜਾ ਹੈ ਬੰਦ ਕਰ ਦਿੱਤਾ ਹੈ ਤੇ ਆਹ ਦੋ ਜਿਹੜੇ ਨੇ ਸਕਰੂ ਲੱਗੇ ਨੇ ਤਾਂ ਜੋ ਗਰਾਊਂਡ ਦੇ ਨਾਲ ਇਥੋਂ ਅਸੀਂ ਦਾ ਲੈਵਲ ਜਿਹੜਾ ਹੈ ਪ੍ਰੋਪਰ ਕਰ ਸਕੀਏ। ਇਹਦੇ ਅੰਦਰ ਜਿਹੜਾ ਹੈ ਸਾਡੇ ਕੋਲ ਲਾਈਟਨਿੰਗ ਅਰੇਂਜਮੈਂਟ ਵੀ ਹੁੰਦਾ ਹੈ ਜਿੱਥੋਂ ਅਸੀਂ ਆਪਣਾ ਮਿਰਰ ਤੋਂ ਅਸੀਂ ਬਾਅਦ ਚੋਂ ਰੀਡਿੰਗ ਵਗੈਰਾ ਅਸੀਂ ਲੈ ਸਕਦੇ ਨੇ। ਇਹਦਾ ਜਿਹੜੀ ਸੀ ਮੇਨ ਕੰਸਟਰਕਸ਼ਨ ਸੀ। ਮੇਨ ਕੰਸਟਰਕਸ਼ਨ ਦੇ ਕਿਹੜੇ ਪਾਰਟਸ? ਇੱਕ ਰੈਕਟੈਂਗੂਲਰ ਕੋਇਲ, ਇਟ ਇਜ਼ ਕਲੀਅਰ, ਇਟ ਇਜ਼ ਅ ਰੈਕਟੈਂਗੂਲਰ ਕੋਇਲ। ਦੂਸਰਾ ਮੈਗਨੈਟਿਕ ਫੀਲਡ ਵੀ ਚਾਹੀਦਾ ਜਿਹੜਾ ਇਹ ਦੋਨੋਂ ਪੈਦਾ ਕਰਨਗੇ। ਇੱਕ ਸਾਡੇ ਕੋਲ ਜਿਹੜਾ ਹੈ ਫਾਸਫੋਰ ਬ੍ਰੌਂਜ ਦੀ ਸਟ੍ਰਿਪ ਹੈ ਆਹ ਵਾਲੀ, ਇਹਨੂੰ ਕਾਹਦੇ ਨਾਲ ਜੋੜਿਆ? ਮੂਵੇਬਲ ਟੋਰਸ਼ਨ ਹੈਡ ਦੇ ਨਾਲ। ਕੋਇਲ ਦਾ ਦੂਜਾ ਐਂਡ ਕਿਹਦੇ ਨਾਲ ਜੋੜਿਆ ਸੀ? ਹੇਅਰ ਸਪਰਿੰਗ ਦੇ ਨਾਲ। ਹੇਅਰ ਸਪਰਿੰਗ ਕਾਹਦਾ ਬਣਿਆ? ਫਾਸਫੋਰ ਬ੍ਰੌਂਜ ਦਾ। ਤੇ ਇਹਦਾ ਦੂਸਰਾ ਐਂਡ ਜਿਹੜਾ ਹੈ ਅਸੀਂ ਟਰਮੀਨਲ T2 ਦੇ ਨਾਲ ਜੋੜਦਾ ਤੇ T1 ਦਾ ਜਿਹੜਾ ਐਂਡ ਹੈ ਉਹ ਸਟ੍ਰਿਪ ਦੇ ਨਾਲ ਅਸੀਂ ਜਿਹੜਾ ਇਹਨੂੰ ਅਸੀਂ ਜੋੜ ਦਿੱਤਾ। ਦਿਸ ਇਜ਼ ਦਾ ਕੰਸਟਰਕਸ਼ਨ of moving coil galvanometer. Now the next part of this article is the theory. पेपर विच क्वेश्चन किवें आंदा है? यह क्वेश्चन बेटा 6 मार्क्स का आएगा। डिस्कस the principle, construction, working and theory of a moving coil galvanometer with diagram. डायग्राम ਦਾ 1 ਨੰਬਰ, ਉਸ ਤੋਂ ਬਾਅਦ ਪ੍ਰਿੰਸੀਪਲ ਦਾ ਵੀ ਸਾਡਾ 1 ਨੰਬਰ ਹੋਏਗਾ, ਕੰਸਟਰਕਸ਼ਨ ਦੇ 2 ਨੰਬਰ, ਇਸ ਤਰ੍ਹਾਂ ਸਾਡੇ ਕੋਲ ਜਿਹੜੀ ਹੈ ਥਿਊਰੀ ਦੇ ਵੀ 2 ਨੰਬਰ। ਇਸ ਤਰ੍ਹਾਂ ਟੋਟਲ ਜਿਹੜਾ ਹੈ ਸਾਡੇ ਕੋਲ 6 ਮਾਰਕਸ ਦਾ ਜਿਹੜਾ ਹੈ ਪੂਰਾ ਆਰਟੀਕਲ ਹੈ। ਤੇ ਆਈ ਥਿੰਕ ਕਿ ਤੁਹਾਨੂੰ ਇਹ ਜਿਹੜਾ ਹੈਗਾ ਫਸਟ ਆਰਟੀਕਲ ਆਇਆ ਜਿਹੜਾ 6 ਨੰਬਰ ਦਾ, ਇਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਇਹਦਾ ਸਿਰਫ ਇੱਕ ਪਾਰਟ ਰਹਿ ਗਿਆ। ਆਓ ਇਸ ਨੂੰ ਅਸੀਂ ਡਿਸਕਸ ਕਰਦੇ ਹਾਂ। ਵਾਟ ਇਜ਼ ਦਾ ਵਰਕਿੰਗ and theory of moving coil galvanometer. Let n equal to, n की चीज है number of turns of coil. coil ਦੀਆਂ ਜਿਹੜੀਆਂ number of turns ਨੇ ਸਾਡੀਆਂ ਕਿਹੜੀਆਂ ਨੇ? n। कैपिटल ए साढ़े कोल हैगा एरिया ऑफ क्रॉस सेक्शन, एरिया ऑफ द coil, it is the area of the coil। I current flowing, I is the current flowing in the coil and B is the magnetic field strength. B is the magnetic field strength. Now we know that when a current carrying coil is placed in magnetic field, it experiences a torque. Now we know that the torque experienced by coil is given by कितनी टॉर्क आएगी? फॉर्मूला की पढ़िया सी एन बी आई ए साढ़े को आ जाएगा कॉस थीटा। एन बी आई ए नाउ इट बिकम कॉस थीटा। दिस इज द टॉर्क। ए लास्ट आर्टिकल जिहड़ा है असी जिहड़ा प्रूव किया है कि जदों कोयल विचों करंट लंघिया कोयल ने रोटेट करना है। ਜਦੋਂ ਕੋਇਲ ਜਿਹੜਾ ਰੋਟੇਟ ਕਰੇਗਾ ਤੇ ਉਸ ਤੋਂ ਬਾਅਦ ਜਿਹੜੀ ਉਹ ਸਟ੍ਰਿਪ ਸੀਗੀ ਸਾਡੇ ਕੋਲ ਫਾਸਫਰ ਬ੍ਰੌਂਜ ਉਹਦੇ ਵਿੱਚ ਜਿਹੜੀ ਹੈ ਟਵਿਸਟ ਜਿਹੜੀ ਹੈ ਉਹ ਪੈਦਾ ਹੋਏਗੀ ਉਸ ਸਟ੍ਰਿਪ ਦੇ ਅੰਦਰ। ਦਿਸ ਇਜ਼ ਦਾ ਡਿਫਲੈਕਟਿੰਗ ਟਾਰਕ। ਦਿਸ ਇਜ਼ ਦਾ
डिफलैक्टिंग टॉर्क, इस ਨੂੰ ਅਸੀਂ ਬੋਲਦੇ ਹਾਂ डिफलैक्टिंग टॉर्क क्योंकि ਇਹਦੇ ਕਰਕੇ ਕੋਇਲ ਨੇ डिफलैक्ट हो जाना। नाउ द फील्ड is radial in nature. We know that the magnetic field is radial in nature. ਅਸੀਂ ਮੈਗਨੈਟਿਕ ਫੀਲਡ ਕਿਹੜਾ ਯੂਜ਼ ਕਰ ਰਹੇ ਹਾਂ? ਰੇਡੀਅਲ। ਤੇ ਰੇਡੀਅਲ ਮੈਗਨੈਟਿਕ ਫੀਲਡ ਕਿਹੜਾ ਹੁੰਦਾ ਹੈ? ਪਹਿਲਾਂ ਅਸੀਂ ਇਹਦੇ ਬਾਰੇ ਦੇਖਦੇ ਹਾਂ। ਰੇਡੀਅਲ ਮੈਗਨੈਟਿਕ ਫੀਲਡ ਇਜ਼ that magnetic field which produces maximum torque। ਜਿਹੜਾ ਫੀਲਡ ਮੈਕਸਿਮਮ ਟਾਰਕ ਪੈਦਾ ਕਰੇਗਾ ਉਸ ਦਾ ਜਿਹੜਾ ਨਾਮ ਹੈ ਰੇਡੀਅਲ ਮੈਗਨੈਟਿਕ ਫੀਲਡ ਹੁੰਦਾ ਹੈ। It means what is radial magnetic field? The magnetic field which produces the maximum torque। ਤੇ ਉਹਦੀ ਕੀ ਕੰਡੀਸ਼ਨ ਹੁੰਦੀ ਹੈ? The plane of the coil should be along the direction of magnetic field। ਜਿਹੜਾ ਸਾਡਾ ਕੋਇਲ ਹੈ ਜਿਹੜਾ ਰੋਟੇਟ ਕਰ ਰਿਹਾ ਹੈ ਉਹਦਾ ਜਿਹੜਾ ਪਲੇਨ ਹੈ ਕੋਇਲ ਦਾ ਹਮੇਸ਼ਾ ਹੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਰਹੇ। ਜੇ ਸਾਡਾ ਕੋਇਲ ਮੰਨ ਲਓ ਇੱਧਰ ਆਂਦਾ ਹੈ ਤੇ ਮੈਗਨੈਟਿਕ ਫੀਲਡ ਹਮੇਸ਼ਾ ਪਲੇਨ ਆਫ ਦੀ ਕੋਇਲ ਦੇ ਅਲੋਂਗ ਰਹੇਗਾ। ਹਰ ਇੱਕ ਮੂਵਮੈਂਟ ਦੇ ਉੱਤੇ ਕੋਇਲ ਦਾ ਜਿਹੜਾ ਪਲੇਨ ਹੈ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ 'ਚ ਰਹਿੰਦਾ ਹੈ ਤੇ ਇਸ ਫੀਲਡ ਦਾ ਨਾਮ ਹੁੰਦਾ ਹੈ ਰੇਡੀਅਲ ਮੈਗਨੈਟਿਕ ਫੀਲਡ, ਰੇਡੀਅਸ ਦੇ ਅਲੋਂਗ। फिर सुनो, what is radial magnetic field? The magnetic field which produces the maximum torque in the coil and the field which is always along the plane of the coil is called radial magnetic field। आप आगे लिखा है magnetic field radial nature है, therefore थीटा विल बी 0 डिग्री। ਜਿਹੜਾ ਆ ਥੀਟਾ ਹੈ ਸਾਡਾ ਐਂਗਲ ਇਹ ਸਾਡਾ ਜਿਹੜਾ ਹੈ 0 डिग्री ਹੋਏਗਾ ਤੇ ਜਦੋਂ 0 ਹੋਏਗਾ ਤੇ cos 0 ਸਾਡੇ ਕੋਲ ਕੀ ਆਏਗਾ 1। ਇਹਦੀ ਮੈਕਸਿਮਮ ਸਾਡੀ ਜਿਹੜੀ ਹੈ ਉਹ ਵੈਲਿਊ ਆਏਗੀ then theta is 0 that is cos 0 equal to 1। therefore ਫਿਰ ਕੀ ਹੋਏਗਾ ਸਾਡੇ ਕੋਲ torque will be ਮੈਕਸਿਮਮ। ਸਾਡੇ ਕੋਲ ਜਿਹੜੀ ਹੈ ਟਾਰਕ ਮੈਕਸਿਮਮ ਹੋਏਗੀ। ਰੇਡੀਅਲ ਮੈਗਨੈਟਿਕ ਫੀਲਡ ਦੀ ਐਪਲੀਕੇਸ਼ਨ ਦੱਸੋ। ਰੇਡੀਅਲ ਮੈਗਨੈਟਿਕ ਫੀਲਡ ਕਿੱਥੇ ਯੂਜ਼ ਕਰਦੇ ਹਾਂ? ਰੇਡੀਅਲ ਮੈਗਨੈਟਿਕ ਫੀਲਡ ਨੂੰ ਅਸੀਂ ਮੂਵਿੰਗ ਕੋਇਲ ਗਲਵੈਨੋਮੀਟਰ ਦੇ ਵਿੱਚ ਜਿਹੜਾ ਹੈ ਅਸੀਂ ਇਹਨੂੰ ਵਰਤਦੇ ਹਾਂ। ਇਹ ਯਾਦ ਰੱਖਣਾ ਹੈ। ਤੇ ਇਹਦੇ ਨਾਲ ਟਾਰਕ ਮਿਨੀਮਮ ਕੇ ਮੈਕਸਿਮਮ ਸਾਡੇ ਕੋਲ ਜਿਹੜੀ ਹੈ ਉਹ ਮੈਕਸਿਮਮ ਟਾਰਕ ਜਿਹੜੀ ਹੈ ਪੈਦਾ ਹੁੰਦੀ ਹੈ। देयरफॉर द टॉर्क विल बिकम ਸਾਡੇ ਕੋਲ ਮੈਕਸਿਮਮ ਜਿਹੜੀ ਹੈ टॉर्क आएगी। नाउ टॉर्क विल बी इक्वल टू एन बी नाल आ जाएगा आई ए नाल आ जाएगा cos 0 ਤੇ cos 0 ਦੀ ਵੈਲਿਊ ਕਿੰਨੀ ਹੁੰਦੀ ਹੈ 1। therefore the maximum torque will be equal to n b I a। this is the maximum deflecting torque। ਇਸੇ ਟਾਰਕ ਕਰਕੇ ਸਾਡਾ ਜਿਹੜਾ ਹੈ ਕੋਇਲ ਉਹ ਡਿਫਲੈਕਟ ਹੋ ਜਾਏਗਾ। ਇਸੇ ਟਾਰਕ ਕਰਕੇ ਸਾਡਾ ਜਿਹੜਾ ਕੋਇਲ ਹੈ ਉਹਨੇ ਡਿਫਲੈਕਟ ਹੋਣਾ। ਨਾਓ ਜਦੋਂ ਕੋਇਲ ਸਾਡਾ ਜਿਹੜਾ ਹੈ ਡਿਫਲੈਕਟ ਹੋਇਆ ਥੱਲੋਂ ਰੋਟੇਟ ਹੋਇਆ ਉਸੇ ਟਾਈਮ ਦੇ ਉੱਤੇ ਕੀ ਹੋਏਗਾ ਜਦੋਂ ਕੋਇਲ ਰੋਟੇਟ ਹੋਇਆ ਜਿਹੜੀ ਉਹ ਫਾਸਫਰ ਬ੍ਰੌਂਜ ਸਟ੍ਰਿਪ ਮੈਂ ਡਾਇਗਰਾਮ 'ਚ ਸ਼ੋ ਕੀਤੀ ਸੀ ਉਹਦੇ ਵਿੱਚ ਟਵਿਸਟ ਪੈਦਾ ਹੋਏਗੀ, ਉਹ ਮੁੜੇਗੀ। ਜਦੋਂ ਕੋਇਲ ਥੱਲੋਂ ਰੋਟੇਟ ਹੋਏਗਾ ਤੇ ਉਹਦੇ ਵਿੱਚ ਜਿਹੜੀ ਹੈ ਟਵਿਸਟ ਪੈਦਾ ਹੋਏਗੀ। ਉਸ ਟਵਿਸਟ ਕਰਕੇ ਇੱਕ ਟਾਰਕ ਜਿਹੜੀ ਹੈ ਹੋਰ ਪੈਦਾ ਹੋਏਗੀ। ਉਹ ਟਾਰਕ ਦਾ ਨਾਮ ਹੋਏਗਾ ਰੀਸਟੋਰਿੰਗ ਟਾਰਕ। that torque will be equal to restoring torque। for example ਮੰਨ ਲਓ ਅਸੀਂ ਜਿਵੇਂ ਪੀਂਗ ਦੀ ਗੱਲ ਕਰੀਏ, ਪੀਂਗ ਹੁੰਦੀ ਹੈ ਜਿਹੜਾ ਸਾਡਾ ਝੂਲਾ ਹੁੰਦਾ ਹੈ, ਦੋ ਰੱਸੀਆਂ ਹੁੰਦੀਆਂ, ਅਸੀਂ ਉੱਥੇ ਬੈਠ ਗਏ। ਜਦੋਂ ਅਸੀਂ ਥੱਲੇ ਜਿਹੜਾ ਬੱਚਾ ਬੈਠਾ ਉਹਨੂੰ ਅਸੀਂ ਫੜ ਕੇ ਘੁਮਾ ਦਈਏ ਇਸ ਤਰ੍ਹਾਂ, ਜਦੋਂ ਘੁਮਾਉਂਦੇ ਆ ਤੇ ਰੱਸੀ ਦੇ ਵਿੱਚ ਦੇਖਣਾ ਤੁਸੀਂ ਉਹ ਟਵਿਸਟ ਪੈਦਾ ਹੁੰਦੀ ਹੈ, ਉਹ ਮੁੜ ਜਾਂਦੀ ਹੈ। ਤੇ ਜਦੋਂ ਅਸੀਂ ਘੁਮਾਇਆ ਉਹ ਕਿਹੜੀ ਚੀਜ਼ ਹੈ? ਉਹ ਸਾਡੀ ਹੈਗੀ ਆ
ਡਿਫਲੈਕਟਿੰਗ ਟਾਰਕ, ਅਸੀਂ ਉਹਨੂੰ ਡਿਫਲੈਕਟ ਕਰਤਾ। ਪਰ ਜਦੋਂ ਤੁਸੀਂ ਇਹਨੂੰ ਛੱਡ ਦੋਗੇ ਤੁਸੀਂ ਦੇਖੋਗੇ ਉਹ ਆਪਣੇ ਆਪ ਹੀ ਜਿਹੜੀ ਹੈ ਉਹ ਰੱਸੀ ਖੁੱਲਦੀ ਹੈ। ਇਹਦਾ ਮਤਲਬ ਇੱਕ ਟਾਰਕ ਆਪਣੇ ਆਪ ਪੈਦਾ ਹੋਈ ਜਿਹੜੀ ਉਸ ਪੀਂਗ ਨੂੰ, ਉਸ ਝੂਲੇ ਨੂੰ ਜਿਹੜਾ ਹੈ ਆਪਣੀ ओरिजिनल ਪੋਜੀਸ਼ਨ ਤੇ ਵਾਪਸ ਕਰਦੀ ਹੈ। ਤੇ ਉਸ ਟਾਰਕ ਦਾ ਕੀ ਨਾਮ ਹੁੰਦਾ ਹੈ? ਰੀਸਟੋਰਿੰਗ ਟਾਰਕ। ਇੱਕ ਤੇ ਹੋ ਗਈ ਇਹ ਵਾਲੀ ਟਾਰਕ ਜਿਨੇ ਕੋਇਲ ਨੂੰ ਰੋਟੇਟ ਕਰਤਾ। ਜਦੋਂ ਕੋਇਲ ਰੋਟੇਟ ਹੋਇਆ ਜਿਹੜੀ ਉਹ ਫਾਸਫੋਰ ਬ੍ਰੌਂਜ ਦੀ ਸਟ੍ਰਿਪ ਸੀਗੀ ਉਹ ਜਿਹੜੀ ਆ ਉਹਦੇ ਵਿੱਚ ਟਵਿਸਟ ਪੈਦਾ ਹੋ ਗਈ, ਉਹ ਮੁੜ ਗਈ। ਤੇ ਉਹ ਜਦੋਂ ਮੁੜੀ ਉਹਦੇ ਵਿੱਚ ਵੀ ਇੱਕ ਰੀਸਟੋਰਿੰਗ ਟਾਰਕ ਪੈਦਾ ਹੁੰਦੀ ਹੈ ਜਿਹੜੀ ਡਿਫਲੈਕਟਿੰਗ ਟਾਰਕ ਦੇ ਅਗੇਂਸਟ ਜਿਹੜੀ ਹੈ ਉਹ ਪੈਦਾ ਹੋਏਗੀ। ਜੇ ਡਿਫਲੈਕਟਿੰਗ ਟਾਰਕ ਇਧਰ ਨੂੰ ਪੈਦਾ ਹੋਈ ਹੈ ਤੇ ਉਹਦੇ ਉਲਟ ਪੈਦਾ ਹੋਏਗੀ ਜਿਹੜੀ ਉਹਨੂੰ ਵਾਪਸ ਖੜਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰੇਗੀ। ਤੇ ਜੇਕਰ ਡਿਫਲੈਕਟਿੰਗ ਟਾਰਕ ਤੇ ਜਿਹੜੀ ਉਹ ਰੀਸਟੋਰਿੰਗ ਟਾਰਕ ਆਪਸ ਵਿੱਚ ਇਕੁਅਲ ਹੋ ਜਾਂਦੀਆਂ ਨੇ, ਇਕੁਇਲਿਬ੍ਰੀਅਮ ਆ ਗਿਆ, ਫਿਰ ਜਿਹੜੀ ਹੈ ਕੋਇਲ ਨਾ ਤੇ ਉਹ ਫਰਦਰ ਇੱਧਰ ਜਾਏਗਾ ਨਾ ਇੱਧਰ ਜਾ ਸਕਦਾ। ਇੱਕ ਡਿਫਲੈਕਟਿੰਗ ਟਾਰਕ ਤੇ ਰੀਸਟੋਰਿੰਗ ਟਾਰਕ ਜਦੋਂ ਇਕੁਅਲ ਹੋ ਗਿਆ ਤੇ ਕੋਇਲ ਇੱਕ ਜਗ੍ਹਾ ਤੇ ਆ ਕੇ ਜਿਹੜਾ ਹੈ ਉਹ ਰੁਕ ਜਾਏਗਾ ਤੇ ਉਹਦੀ ਡਿਫਲੈਕਸ਼ਨ ਜਿਹੜੀ ਹੈ ਅਸੀਂ ਮਿਰਰ ਦੇ ਥਰੂ ਜਿਹੜੀ ਅਸੀਂ ਦੇਖ ਸਕਦੇ ਹਾਂ। ਨਾਓ ਦਿਸ ਇਜ਼ ਅ ਡਿਫਲੈਕਟਿੰਗ ਟਾਰਕ। ਇੱਥੇ ਲਿਖ ਦਿੰਦੇ ਹਾਂ ਦਿਸ ਇਜ਼ maximum deflecting torque. Now due to this torque, twist मैंने मुड़ना will be produced, हाँ जी किहदे च पैदा होएगी? in फास्फोर ब्रॉन्ज स्ट्रिप। ਜਿਹੜੀ ਸਟ੍ਰਿਪ ਸੀ ਸਾਡੀ फास्फोर ब्रॉन्ज स्ट्रिप ਉਹਦੇ ਵਿੱਚ ਜਿਹੜੀ ਹੈ ਟਵਿਸਟ ਪੈਦਾ ਹੋਏਗੀ। ਐਜ਼ ਅ ਰਿਜ਼ਲਟ ਜਦੋਂ ਟਵਿਸਟ ਪੈਦਾ ਹੋਈ ਐਜ਼ ਅ ਰਿਜ਼ਲਟ फिर क्या होएगा? एज अ रिजल्ट रीस्टोरिंग टॉर्क will set up in the coil against किदे अगेंस्ट पैदा होएगी? उल्ट डायरेक्शन जाएगी अगेंस्ट साढ़े को किदे अगेंस्ट आएगी? डिफ्लैक्टिंग टॉर्क। ते जदों वो दोनों आपस इक्वल हो गए, नाउ इन इक्विलिब्रियम जदों इक्विलिब्रियम आ गया फिर की होएगा? साढ़े कोल रीस्टोरिंग टॉर्क बिल्कुल साढ़े कोल इक्वल हो जाएगी डिफ्लैक्टिंग टॉर्क। इन इक्विलिब्रियम रीस्टोरिंग टॉर्क विल बी इक्वल टू डिफ्लैक्टिंग टॉर्क। नाउ इथों तक तुहानू क्लीयर हो गया कि जदों कोयल रोटेट करेगा ਨਾਲ ਹੀ ਫਾਸਫੋਰ ਬ੍ਰੌਂਜ ਸਟ੍ਰਿਪ ਰੋਟੇਟ ਕਰੇਗੀ, ਟਵਿਸਟ ਪੈਦਾ ਹੋਏਗੀ, ਉਹ ਉਹਨੂੰ ਕੋਇਲ ਨੂੰ ਵਾਪਸ ਕਰਨ ਦੀ ਕੋਸ਼ਿਸ਼ ਕਰੇਗੀ। ਹੁਣ ਸਭ ਤੋਂ ਪਹਿਲਾਂ ਅਸੀਂ ਰੀਸਟੋਰਿੰਗ ਟਾਰਕ ਜਿਹੜੀ ਹੈ ਆਪਾਂ ਨਿਕਾਲਦੇ ਹਾਂ। ਇਹ ਨੰਬਰ ਸਾਡੇ ਕੋਲ ਆ ਗਿਆ 2। ਇਹ ਇਕੁਇਲਿਬ੍ਰੀਅਮ ਆ ਗਿਆ, ਦੋਨੋਂ ਆਪਸ ਵਿੱਚ ਇਕੁਅਲ ਹੋ ਜਾਣਗੇ ਤੇ ਕੋਇਲ ਇੱਕ ਜਗ੍ਹਾ ਤੇ ਰੋਟੇਟ ਕਰ ਜਾਏਗਾ। ਨਾਓ ਇਹਦੀ ਕੈਲਕੂਲੇਸ਼ਨ ਕਰਨ ਲੱਗਾ ਰੀਸਟੋਰਿੰਗ ਦੀ। ਲੈਟ alpha is the twist produced, ਜਿਹੜੀ ਵਿੱਚ ਟਵਿਸਟ ਪੈਦਾ ਹੋਈ ਕਿੰਨੇ ਡਿਗਰੀ ਰੋਟੇਟ ਹੋਇਆ, ਮੰਨ ਲਓ ਵੀ ਉਹ ਸਾਡੀ ਕਿੰਨੀ ਹੈਗੀ ਆ ਅਲਫਾ, ਕਿੰਨੇ ਡਿਗਰੀ ਜਿਹੜਾ ਉਹ ਰੋਟੇਟ ਹੋਈ ਵਿੱਚ ਟਵਿਸਟ। ਅੱਗੇ ਆ ਗਿਆ ਅਸੀਂ ਲਿਖ ਦਿੰਦੇ ਆ k ਸਮਾਲ k ਰੀਸਟੋਰਿੰਗ ਟਾਰਕ
पर यूनिट ट्विस्ट जे 1 डिग्री रोटेट करे उदों पैदा होंदी है रीस्टोरिंग टॉर्क मान लो के, ते जे टोटल किन्ने डिग्री ट्विस्ट पैदा हुई अल्फा, ते टोटल रीस्टोरिंग टॉर्क कितनी पैदा होगी पर यूनिट ट्विस्ट वास्ते के, ते अल्फा ट्विस्ट वास्ते कितनी हुई, दोनों को ਅਸੀਂ मल्टीप्लाई कर देंगे। देयरफॉर टोटल साडे कोल की आएगा रीस्टोरिंग टॉर्क। टोटल रीस्टोरिंग टॉर्क किहदे इक्वल आएगी, दोनों ਨੂੰ ਅਸੀਂ ਜਿਹੜਾ ਹੈ मल्टीप्लाई करता, साडे कोल आ गया के अल्फा। दिस इज द टोटल रीस्टोरिंग टॉर्क प्रोड्यूस्ड। नाउ दिस इज इक्वेशन नंबर 3, ऐ साडी इक्वेशन नंबर 3 है। यूजिंग by using 1 and 3 in equation 2 we get पहली इक्वेशन ते तीसरी इक्वेशन की वैल्यू जी है ए नंबर 2 च भर दो। रीस्टोरिंग टॉर्क कितनी है साडी टोटल, इत्थे आ गया साडे कोल के अल्फा इज इक्वल टू डिफ्लैक्टिंग टॉर्क कितनी आई सी साडे कोल पिछे नंबर 1 देखो एन बी आई ए साडे कोल सीगी डिफ्लैक्टिंग टॉर्क मैक्सिमम, ते फील्ड असी केड़ा वरत रहे हां रेडियल मैग्नेटिक फील्ड, ते रेडियल मैग्नेटिक फील्ड कितनी टॉर्क पैदा करता है मैक्सिमम। ते इस फील्ड नूं पैदा करने वास्ते जेडे पोल पीसीज आ ओदी स्पैशल शेप चूज की किस तरह की सिलेंड्रिकल जां असी कह सकते हैं कनकेव टाइप। नाउ इट विल बिकम ऐ साडे कोल की आ गया, ਇਹਦੇ ਵਿੱਚੋਂ ਅਸੀਂ i ਦੀ ਵੈਲਿਊ ਨਿਕਾਲਣੀ ਹੈ। i ਵਿਲ ਬੀ ਇਕੁਅਲ ਟੂ k ਅੱਗੇ ਆ ਗਿਆ ਅਲਫਾ ਡਿਵਾਈਡਡ ਬਾਈ n b a। i ਦੀ ਵੈਲਿਊ ਜਿਹੜੀ ਹੈ ਅਸੀਂ k ਓਵਰ n b a ਆ ਦੋਨੋਂ ਚੀਜ਼ਾਂ ਇਹਦੇ ਨੀਚੇ ਲੈ ਕੇ ਅਸੀਂ ਕ੍ਰਾਸ ਮਲਟੀਪਲਾਈ ਕਰ ਲਿਆ। ਨਾਓ i is equal to g alpha where g equal to k over nba। ਅਸੀਂ ਜਿਹੜੀ ਕਾਂਸਟੈਂਟ ਚੀਜ਼ ਹੈ ਇਸ ਨੂੰ ਅਸੀਂ g ਪੁੱਟ ਕਰਤਾ। ਪਰ ਯੂਨਿਟ ट्विस्ट टॉर्क कांस्टेंट, नंबर ऑफ टर्न्स फिक्स ने, मैग्नेटिक फील्ड भी है, ਤੇ ਸਾਡੇ ਕੋਲ ਜਿਹੜਾ ਹੈ ਨਾਲ ਏਰੀਆ ਜਿੰਨਾ ਵੀ ਹੈ ਕੋਇਲ ਦਾ ਉਹ ਉਨਾ ਰਹੇਗਾ। ਨਾਓ दैट कांस्टेंट ਆ ਵਾਲੀ ਜਿਹੜੀ ਸਾਰੀ ਟਰਮ ਹੈ ਸਾਡੀ ਕਾਂਸਟੈਂਟ ਹੈ ਉਹਨੂੰ ਅਸੀਂ g ਪੁੱਟ ਕਰਤਾ ਵੇਅਰ g ਇਜ਼ ਕਾਲਡ G ਨੂੰ ਅਸੀਂ ਬੋਲਦੇ ਹਾਂ ਗਲਵੈਨੋਮੀਟਰ ਕਾਂਸਟੈਂਟ। ਦਿਸ ਇਜ਼ ਕਾਲਡ ਗਲਵੈਨੋਮੀਟਰ कांस्टेंट। G is called galvanometer constant। और जे ਅਸੀਂ ਪ੍ਰੋਪੋਰਸ਼ਨਲ ਨਹੀਂ ਲਗਾਣਾ ਇਹਦਾ ਮਤਲਬ I proportional to alpha। I proportional to ਕਿੰਨਾ ਆ ਗਿਆ ਅਲਫਾ। ਕਹਿਣ ਦਾ ਮਤਲਬ ਜਿੰਨੀ ਡਿਫਲੈਕਸ਼ਨ ਆਏਗੀ ਉਹਦੇ ਕੋਰਸਪੋਂਡਿੰਗ ਸਾਡਾ ਜਿਹੜਾ ਹੈ ਉਹ ਕਰੰਟ ਅਸੀਂ ਮੈਜ਼ਰ ਕਰ ਸਕਦੇ ਹਾਂ। ਐਂਡ ਦਿਸ ਇਜ਼ ਅ ਲੀਨੀਅਰ ਸਕੇਲ। ਇਹ ਸਾਡੀ ਜਿਹੜੀ ਸਕੇਲ ਹੈ ਇਹ ਸਾਡੀ ਹੋਏਗੀ ਲੀਨੀਅਰ, ਕਿਉਂਕਿ ਇੱਕ ਫਾਰਮੂਲਾ ਤੁਸੀਂ ਪੜ੍ਹਦੇ ਜੇ y mx ਲੀਨੀਅਰ ਇਕੁਏਸ਼ਨ ਦੋਨਾਂ ਸਾਈਡਾਂ ਦੇ ਉੱਤੇ ਪਾਵਰ 1 ਹੋਣੀ ਚਾਹੀਦੀ ਆ। i ਦੀ ਪਾਵਰ 1 ਹੈ, ਅਲਫਾ ਵੀ 1 ਹੈ, ਇਹ ਸਾਡਾ ਕਾਂਸਟੈਂਟ ਹੈ, ਇੱਥੇ ਸਾਡਾ m ਕਾਂਸਟੈਂਟ ਹੁੰਦਾ ਹੈ। ਦਿਸ ਇਜ਼ ਅ ਲੀਨੀਅਰ ਸਕੇਲ। ਲੀਨੀਅਰ ਸਕੇਲ ਦਾ ਮਤਲਬ ਜਿਉਂ-ਜਿਉਂ ਕਰੰਟ ਵਧੇਗਾ ਤਿਉਂ ਜਿਹੜੀ ਸਾਡੀ ਡਿਫਲੈਕਸ਼ਨ ਵੀ ਉਹਦੇ ਕੋਰਸਪੋਂਡਿੰਗ ਬਰਾਬਰ ਦੀ ਜਿਹੜੀ ਹੈ ਉਹ ਵਧਦੀ ਜਾਏਗੀ। 2 ਟਾਈਮਸ 3 ਟਾਈਮਸ ਉਹਦੇ ਅਕੋਰਡਿੰਗ ਚੱਲੇਗਾ। g ਦੀ ਜਿਹੜੀ ਵੈਲਿਊ ਹੋਏਗੀ ਉਹਦੇ ਅਕੋਰਡਿੰਗ ਜਿਹੜੀ ਹੈ ਸਾਡੀ ਜਿਹੜੀ ਹੈ ਡਿਫਲੈਕਸ਼ਨ ਵਧਦੀ ਜਾਏਗੀ। ਅਲਫਾ ਡਾਇਰੈਕਟਲੀ ਜਿਹੜਾ ਹੈ ਸਾਨੂੰ ਵੈਲਿਊ ਦੱਸੇਗਾ ਕਾਦੀ ਕਰੰਟ ਦੀ। ਇਹਦਾ ਮਤਲਬ ਜਿਹੜਾ ਗਲਵੈਨੋਮੀਟਰ ਹੈ ਮੂਵਿੰਗ ਕੋਇਲ ਇਹਦੀ ਸਕੇਲ ਕਿਸ ਤਰ੍ਹਾਂ ਦੀ ਹੁੰਦੀ ਹੈ, ਇਹਦੀ ਜਿਹੜੀ ਸਕੇਲ ਹੈ ਡੈਟ ਇਜ਼ ਲੀਨੀਅਰ ਇਨ ਨੇਚਰ। ਇਹਦੀ ਸਕੇਲ ਜਿਹੜੀ ਹੈ ਉਹ ਲੀਨੀਅਰ ਹੁੰਦੀ ਹੈ, ਇਹਨੂੰ ਯਾਦ ਰੱਖਣਾ ਹੈ। ਨਾਓ I ਪ੍ਰੋਪੋਰਸ਼ਨਲ ਟੂ ਸਾਡੇ ਕੋਲ ਕਿੰਨਾ ਆ ਗਿਆ ਅਲਫਾ। ਨਾਓ ਜਦੋਂ ਅਸੀਂ ਇਹਦੀ ਕੰਸਟਰਕਸ਼ਨ ਕਰ ਰਹੇ ਸੀ ਤੇ ਮੈਂ ਬਲੈਕ ਬੋਰਡ ਦੇ ਉੱਤੇ ਜਿਹੜਾ ਜਦੋਂ ਮੈਂ ਇਹਦੀ ਡਾਇਗਰਾਮ ਜਿਹੜੀ ਪਲਾਟ ਕੀਤੀ ਸੀ ਇਸ ਡਾਇਗਰਾਮ ਦੇ ਵਿੱਚ ਤੁਸੀਂ ਧਿਆਨ ਨਾਲ ਦੇਖਣਾ ਹੈ ਦੁਬਾਰਾ ਜਿਹੜਾ ਕੋਇਲ ਸੀਗਾ ਸਾਡਾ ਰੈਕਟੈਂਗੂਲਰ ਕੋਇਲ ਉਹਦੇ ਅੰਦਰ
ਇੱਕ ਕੋਰ ਲਿਖਿਆ ਹੋਇਆ, ਉਹ ਮੈਂ ਉਸ ਟਾਈਮ ਤੇ ਦੱਸ ਨਹੀਂ ਪਾਇਆ। ਜਿਹੜਾ ਸਿਲੰਡਰ ਆਪਣਾ ਜਿਹੜਾ ਹੈਗਾ ਇੱਕ ਕੋਇਲ ਹੈ ਰੈਕਟੈਂਗੂਲਰ ਸ਼ੇਪਡ PQRS, ਉਹਦੇ ਅੰਦਰ ਇੱਕ ਕੋਰ ਹੈ। ਕੋਰ ਦਾ ਮਤਲਬ ਇੱਕ ਸੌਫਟ ਆਇਰਨ ਦਾ ਅੰਦਰ ਇੱਕ ਸਿਲੰਡਰ ਅਸੀਂ ਜਿਹੜਾ ਹੈ ਰੱਖਿਆ ਹੋਇਆ ਹੈ। ਉਹ ਸਿਲੰਡਰ ਇਸ ਤਰ੍ਹਾਂ ਰੱਖਿਆ ਹੈ ਕਿ ਉਹ ਕੋਇਲ ਦੇ ਨਾਲ ਕਿਤੇ ਵੀ ਜਿਹੜਾ ਹੈ ਅਟੈਚ ਨਹੀਂ ਹੈ, ਉਹਦੇ ਨਾਲ ਕਿਤੇ ਵੀ ਜਿਹੜਾ ਜੁੜਿਆ ਨਹੀਂ ਹੋਇਆ। ਫਿਰ ਸੁਣੋ, ਜਿਹੜਾ ਰੈਕਟੈਂਗੂਲਰ ਸ਼ੇਪਡ ਕੋਇਲ ਹੈ ਉਹਦੇ ਅੰਦਰ ਇੱਕ ਅਸੀਂ ਜਿਹੜਾ ਹੈ ਸਿਲੰਡਰ ਰੱਖਿਆ ਹੈ। ਉਹਦੀ ਸ਼ੇਪ ਕਿਸ ਤਰ੍ਹਾਂ ਦੀ ਹੈ? ਸਿਲੰਡਰੀਕਲ। ਉਹ ਕਾਹਦਾ ਬਣਿਆ? ਸੌਫਟ ਆਇਰਨ ਦਾ। ਉਹਦਾ ਮੇਨ ਕੰਮ ਸਿਰਫ ਇੱਕ ਹੀ ਹੈ ਕਿ ਉਹਨੇ ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਜਿਹੜਾ ਹੈ ਇੰਕਰੀਜ਼ ਕਰਨਾ ਹੈ। ਕਿਉਂਕਿ ਟਾਰਕ ਦਾ ਜਿਹੜਾ ਅਸੀਂ ਫਾਰਮੂਲਾ ਹੁਣੇ ਪੜਿਆ, ਟਾਰਕ ਦਾ ਫਾਰਮੂਲਾ ਸੀਗਾ ਜਿਹੜਾ ਡਿਫਲੈਕਟ ਕਰਨ ਵਾਲਾ NBIA cos ਥੀਟਾ। ਥੀਟਾ ਨੂੰ ਤਾਂ ਅਸੀਂ ਬਾਅਦ ਚੋਂ ਰੇਡੀਅਲ ਫੀਲਡ ਕਰਕੇ 1 ਕਰ ਲਾਂਗੇ, ਆ ਤੇ 1 ਹੋ ਗਿਆ। ਇਹ ਸਾਡੀ ਟਾਰਕ ਸੀ, ਤੇ ਟਾਰਕ ਮੈਕਸਿਮਮ ਤਾਂ ਹੋਏਗੀ ਜੇ ਫੀਲਡ ਵੀ ਸਟਰੋਂਗ ਹੋਏਗਾ, ਕਿਉਂਕਿ ਟਾਰਕ B ਦੇ ਉੱਪਰ ਵੀ ਡਿਪੈਂਡ ਕਰਦੀ ਹੈ। ਤੇ ਮੈਗਨੈਟਿਕ ਫੀਲਡ ਨੂੰ ਸਟਰੋਂਗ ਕਰਨ ਦੇ ਲਈ, ਮੈਗਨੈਟਿਕ ਫੀਲਡ ਦੀ ਸਟਰੈਂਥ ਨੂੰ ਵਧਾਉਣ ਦੇ ਲਈ ਅਸੀਂ ਕੀ ਕੀਤਾ ਕਿ ਜਿਹੜਾ ਉਹ ਰੈਕਟੈਂਗੂਲਰ ਸ਼ੇਪਡ ਕੋਇਲ ਸੀਗਾ ਉਹਦੇ ਅੰਦਰ ਇੱਕ ਸੌਫਟ ਆਇਰਨ ਦਾ ਸਿਲੰਡਰ ਰੱਖਿਆ, ਜਿਹਦਾ ਮੇਨ ਕੰਮ ਹੈ ਕਿ ਮੈਗਨੈਟਿਕ ਫੀਲਡ ਦੀ ਸਿਰਫ ਤੇ ਸਿਰਫ ਸਟਰੈਂਥ ਨੂੰ ਵਧਾਉਣਾ ਹੈ। ਕਿਉਂਕਿ ਸੌਫਟ ਆਇਰਨ ਜਿਹੜਾ ਹੈ ਇੱਕ ਸਾਡਾ ਫੈਰੋ ਮੈਗਨੈਟਿਕ ਮਟੀਰੀਅਲ ਹੁੰਦਾ ਹੈ, ਉਹਦੇ ਨਾਲ ਮੈਗਨੈਟਿਕ ਫੀਲਡ ਦੀ ਜਿਹੜੀ ਹੈ ਸਟਰੈਂਥ ਬਹੁਤ ਜ਼ਿਆਦਾ ਜਿਹੜੀ ਹੈ ਉਹ ਵੱਧ ਜਾਂਦੀ ਹੈ। ਨਾਓ ਇਸ ਤੋਂ ਬਾਅਦ ਜਿਹੜਾ ਹੈ ਅਸੀਂ ਨੈਕਸਟ ਇਹਦਾ ਅਸੀਂ ਕੁਝ ਡਿਸਕਸ਼ਨ ਕਰਨੀ ਹੈ ਕਿ ਜਿਹੜੀ ਅਸੀਂ ਸਟ੍ਰਿਪ ਅਸੀਂ ਵਰਤੀ ਸੀ ਉਹ ਹੈਗੀ ਸੀ ਸਾਡੇ ਕੋਲ ਫਾਸਫਰ ਬ੍ਰੌਂਜ ਦੀ। ਉਹ ਫਾਸਫਰ ਬ੍ਰੌਂਜ ਦੀ ਸਟ੍ਰਿਪ ਅਸੀਂ ਕਿਉਂ ਲਈ, ਇੱਕ ਉਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ। ਨਾਲ ਇਹਦਾ ਇੱਕ ਪਾਰਟ ਰਹਿ ਗਿਆ ਕਰੰਟ ਸੈਂਸਿਟਿਵਿਟੀ ਆਫ ਅ ਗਲਵੈਨੋਮੀਟਰ ਤੇ ਵੋਲਟੇਜ ਸੈਂਸਿਟਿਵਿਟੀ ਆਫ ਗਲਵੈਨੋਮੀਟਰ। ਇਹ ਮੈਂ ਜਿਹੜਾ ਹੈ ਨੈਕਸਟ ਲੈਕਚਰ ਦੇ ਵਿੱਚ ਜਿਹੜਾ ਉਹਨੂੰ ਮੈਂ ਡਿਸਕਸ ਕਰਾਂਗਾ। ਥੈਂਕ ਯੂ।